Welcome to my vlog और मैं हाँ रविंदर सिंह रॉबिन. Today we are talking about something big, not cricket, not cinema, but economic destiny. ਅੱਜ ਅਸੀਂ ਗੱਲ ਕਰਾਂਗੇ ਇੱਕ ਇਹੋ ਜਿਹੇ ਟੌਪਿਕ ਦੇ ਜੋ ਭਾਰਤ ਔਰ ਯੂਰਪ ਦੇ ਵਿਚਾਲੇ ਇੱਕ ਨਵੀਆਂ ਉਮੀਦਾਂ ਜਗਾ ਰਿਹਾ. ਕਰੰਟ ਜੀਓਪੋਲਿਟੀਕਲ ਸਿਚੁਏਸ਼ਨ ਵਿੱਚ ਭਾਰਤ ਅਤੇ ਯੂਰਪ ਦੇ ਦਰਮਿਆਨ ਰਿਲੇਸ਼ਨਸ ਨਵੇਂ ਰੰਗ ਭਰ ਰਹੇ ਨੇ. ਜਦੋਂ ਇੱਕੋ ਕੰਟਰੀ ਦੇ ਡਿਪੈਂਡੈਂਸੀ ਘਟਾਉਣ ਦਾ ਸਮਾਂ ਆ ਗਿਆ ਹੈ ਤਾਂ ਯੂਰਪ ਵਾਲੇ ਇੰਡੀਆ ਨੂੰ ਰਿਲਾਇਬਲ ਪਾਰਟਨਰ ਵਜੋਂ ਵੇਖ ਰਹੇ ਨੇ. ਇਹ ਸਟੋਰੀ ਬੜੀ ਇੰਟਰਸਟਿੰਗ ਹੈ. ਚਲੋ ਸਟੈਪ ਬਾਈ ਸਟੈਪ ਇਹਨੂੰ ਐਕਸਪਲੋਰ ਕਰਦੇ ਹਾਂ. ਅਮਰੀਕਾ ਦੇ ਟੈਰਿਫਸ ਔਰ ਪ੍ਰੈਸ਼ਰਸ ਨੇ ਯੂਰਪ ਨੂੰ ਆਊਟ ਆਫ ਬਾਕਸ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਔਰ ਯੂਰਪ ਹੁਣ ਆਊਟ ਆਫ ਬਾਕਸ ਥਿੰਕਿੰਗ ਵੀ ਕਰ ਰਿਹਾ ਹੈ. ਅਮਰੀਕਾ ਤੇ ਡਿਪੈਂਡੈਂਸੀ ਘਟਾਉਣਾ ਚਾਹੁੰਦੇ ਨੇ ਅਤੇ ਇੰਡੀਆ ਉਹਨਾਂ ਲਈ ਬੈਸਟ ਆਪਸ਼ਨ ਬਣ ਰਿਹਾ. ਔਰ ਨਤੀਜਾ ਇਹ ਨਿਕਲਿਆ ਕਿ ਇੰਡੀਅਨ ਰਿਪਬਲਿਕ ਡੇ 2026 ਲਈ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੀਅਨ ਔਰ ਐਂਟੋਨੀਓ ਕੋਸਟਾ ਚੀਫ ਗੈਸਟ ਵਜੋਂ ਦਿੱਲੀ ਵਿੱਚ 26 ਜਨਵਰੀ ਨੂੰ ਆ ਰਹੇ ਨੇ. ਇਹ ਪਹਿਲੀ ਵਾਰੀ ਹੋ ਰਿਹਾ ਕਿ ਯੂਰਪ ਦੇ ਦੋ ਟਾਪ ਲੀਡਰ ਇਕੱਠੇ ਚੀਫ ਗੈਸਟ ਬਣ ਰਹੇ ਨੇ ਔਰ ਇਹ ਸ਼ੋਅ ਕਰਦਾ ਹੈ ਕਿ ਇੰਡੀਆ ਦੀ ਇਨਕਲੀਨੇਸ਼ਨ ਜਾਂ ਫਿਰ ਪ੍ਰੈਫਰੈਂਸ ਟੂ ਯੂਰਪ ਖਾਸ ਤੌਰ 'ਤੇ ਫਿਊਚਰ ਟ੍ਰੇਡ ਪਾਰਟਨਰਸ ਵੱਲੋਂ ਵੇਖੀ ਜਾ ਸਕਦੀ ਹੈ. ਔਰ ਹਾਲੇ ਪਿਛਲੇ ਹਫ਼ਤੇ ਹੀ ਕਾਮਰਸ ਮਿਨਿਸਟਰ ਪੀਯੂਸ਼ ਗੋਇਲ ਬ੍ਰਸਲ ਗਏ ਹੋਏ ਸਨ ਜਿੱਥੇ ਯੂਰਪੀਅਨ ਟ੍ਰੇਡ ਕਮਿਸ਼ਨਰਸ ਨਾਲ ਮੀਟਿੰਗ ਕੀਤੀ ਸੀ. ਮਲਟੀਪਲ ਯੂਰਪੀਅਨ ਡੈਲੀਗੇਸ਼ਨਸ ਇੰਡੀਆ ਆ ਰਹੇ ਨੇ, ਜਰਮਨ ਫਰਾਂਸ ਤੋਂ ਖਾਸ ਤੌਰ 'ਤੇ. ਔਰ ਜਰਮਨ ਚਾਂਸਲਰ ਨੇ ਜਨਵਰੀ 12-13 2026 ਨੂੰ ਜਦੋਂ ਇੰਡੀਆ ਵਿਜ਼ਿਟ ਕੀਤਾ ਉਹਨਾਂ ਨੇ ਬਿਜ਼ਨਸ ਫੋਰਮ ਵਿੱਚ ਭਾਗ ਵੀ ਲਿਆ ਔਰ FTA 'ਤੇ ਫੋਕਸ ਕੀਤਾ ਹੋਇਆ ਸੀ. FTA ਮਤਲਬ ਫ੍ਰੀ ਟ੍ਰੇਡ ਐਗਰੀਮੈਂਟ. ਔਰ ਫਿਰ ਉਸ ਤੋਂ ਬਾਅਦ ਫ੍ਰੈਂਚ ਡਿਪਲੋਮੈਟਿਕ ਐਡਵਾਈਜ਼ਰ ਇਮੈਨੂਅਲ ਬੌਨ ਨੇ ਵੀ ਜਨਵਰੀ ਵਿੱਚ ਵਿਜ਼ਿਟ ਕੀਤਾ. ਫਿਨਲੈਂਡ ਦੀ ਬਿਜ਼ਨਸ ਡੈਲੀਗੇਸ਼ਨ ਫਰਵਰੀ ਵਿੱਚ ਭਾਰਤ ਆ ਰਹੇ ਨੇ. ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਸਾਲ ਫਰਵਰੀ 2025 ਵਿੱਚ ਯੂਰਪੀਅਨ ਕਾਲਜ ਆਫ ਕਮਿਸ਼ਨਰਸ ਨੇ ਵਿਜ਼ਿਟ ਕੀਤਾ ਸੀ ਜੋ ਇੱਕ ਹਿਸਟੋਰਿਕ ਵਿਜ਼ਿਟ ਸੀ. ਇਹ ਸਭ ਦਿਖਾਉਂਦਾ ਹੈ ਕਿ ਭਾਰਤ ਯੂਰਪ ਨੂੰ ਪ੍ਰਾਇੋਰਟੀ ਟ੍ਰੇਡ ਪਾਰਟਨਰ ਬਣਾ ਰਿਹਾ. ਯੂਰਪ ਇੰਡੀਆ FTA ਯਾਨੀ ਕਿ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਔਰ ਯੂਰਪ ਦੇ ਦਰਮਿਆਨ ਨਵੀਆਂ ਉਮੀਦਾਂ ਜਗਾ ਰਿਹਾ. ਪਰ ਪਹਿਲਾਂ ਇਹਦੀ ਬੈਕਗਰਾਊਂਡ ਸਟੋਰੀ ਨੂੰ ਸਮਝ ਲਈਏ. ਤੁਹਾਨੂੰ ਯਾਦ ਹੋਏਗਾ ਕਿ ਯੂਰਪ ਔਰ ਇੰਡੀਆ ਵਿਚਾਲੇ FTA ਟਾਕਸ 2007 ਵਿੱਚ ਸ਼ੁਰੂ ਹੋਈਆਂ ਪਰ 2013 ਵਿੱਚ ਰੁਕ ਗਈਆਂ. ਫਿਰ 2022 ਵਿੱਚ ਰੀਸਟਾਰਟ ਹੋਈਆਂ ਔਰ ਹੁਣ ਜਨਵਰੀ 2026 ਵਿੱਚ ਫਾਈਨਲ ਸਟੇਜ ਦੇ ਉੱਤੇ ਆ. ਅਸਲ ਵਿੱਚ ਪਿਛਲੇ 15 ਦਿਨਾਂ ਤੋਂ ਨੈਗੋਸੀਏਸ਼ਨ ਚੱਲ ਰਹੀ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਐਗਰੀਮੈਂਟ ਜਲਦੀ ਸਾਈਨ ਹੋ ਜਾਏਗਾ. ਹੁਣ ਯੂਰਪ ਦੀ ਬਿਗੇਸਟ ਪ੍ਰੋਬਲਮ ਹੈ ਏਜਿੰਗ ਪਾਪੂਲੇਸ਼ਨ. ਉੱਥੇ ਬਜ਼ੁਰਗ ਵੱਧ ਰਹੇ ਨੇ ਪਰ ਯੰਗ ਵਰਕਫੋਰਸ ਘਟ ਰਹੀ ਹੈ. ਅਨਕੰਟਰੋਲਡ ਮਾਈਗ੍ਰੇਸ਼ਨ ਵੀ ਉਹਨਾਂ ਲਈ ਹੈਡੇਕ ਬਣ ਗਿਆ ਹੈ ਅਤੇ ਹਸਪੀਟਲਸ ਵਿੱਚ ਡਾਕਟਰਸ ਜ਼ਰੂਰ ਨੇ ਪਰ ਪੈਰਾਮੈਡੀਕਲ ਸਟਾਫ ਦੀ ਕਮੀ ਹੈ. ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਵਰਗੇ ਮੁਲਕਾਂ ਤੋਂ ਮਾਈਗ੍ਰੈਂਟਸ ਅਜ਼ਾਇਲਮ ਮੰਗ ਲੈਂਦੇ ਨੇ. ਇਸ ਲਈ ਯੂਰਪ ਇੰਡੀਆ ਸਕਿੱਲ ਪ੍ਰੋਫੈਸ਼ਨਲ ਨੂੰ ਟਾਰਗੇਟ ਕਰ ਰਿਹਾ. ਜਰਮਨੀ ਵਰਗੀ ਕੰਟਰੀਜ਼ ਦੀਆਂ ਫੈਕਟਰੀਜ਼ ਆਟੋਮੋਬਾਈਲ ਡਿਫੈਂਸ ਵਰਲਡ ਕਲਾਸ ਦੀਆਂ ਹਨ, ਚੀਨ ਤੋਂ ਵੀ ਬਿਹਤਰ ਹਨ ਪਰ ਉਹਨਾਂ ਨੂੰ ਇੰਜੀਨੀਅਰਸ, IT ਐਕਸਪਰਟਸ, ਹੈਲਥ ਕੇਅਰ ਵਰਕਰਸ, ਸਕਿੱਲਡ ਵਰਕਰਸ ਚਾਹੀਦੇ ਨੇ. ਔਰ ਹੁਣ $8 ਬਿਲੀਅਨ ਦੀ ਸਬਮਰੀਨ ਡੀਲ ਪ੍ਰੋਜੈਕਟ ਸਾਈਨ ਹੋਣ ਵਾਲੀ ਹੈ ਜਿੱਥੇ ਇੰਡੀਅਨ ਯੰਗ ਇੰਜੀਨੀਅਰਸ ਦੀ ਲੋੜ ਪਵੇਗੀ. R&D ਤੇ ਪ੍ਰੋਡਕਸ਼ਨ ਲਈ ਜਰਮਨੀ ਹਰ ਸਾਲ 3000 ਇੰਡੀਅਨ ਪ੍ਰੋਫੈਸ਼ਨਲ ਲਈ ਵੀਜ਼ਾ ਰੂਲਸ ਆਸਾਨ ਕਰ ਰਿਹਾ. ਔਰ ਆਉਣ ਵਾਲੇ ਸਮੇਂ ਵਿੱਚ ਇਹ ਪੋਸੀਬਿਲਿਟੀ ਹੋ ਸਕਦੀ ਹੈ ਕਿ R&D ਔਰ ਪ੍ਰੋਡਕਸ਼ਨ ਨੂੰ ਵਧਾਉਣ ਲਈ ਭਾਰਤ ਔਰ ਯੂਰਪ ਜੁਆਇੰਟ ਵੈਂਚਰ ਕਰਨਗੇ ਜਿਹਦਾ ਫਾਇਦਾ ਦੋਵਾਂ ਨੂੰ ਮਿਲੇਗਾ ਔਰ ਇਟ ਕੁਡ ਬੀ ਅ ਵਿਨ-ਵਿਨ ਫॉर ਇੰਡੀਆ ਐਂਡ ਯੂਰਪ. ਸੋ ਵਾਟ ਕੁਡ ਬੀ ਵਿਨ ਫॉर ਇੰਡੀਆ? ਪਹਿਲਾ, better access to big markets, 27 countries under one umbrella. Second, diversification away from protectionist market. और तीसरा, more jobs and opportunities for Indian youth abroad. But there are challenges too. India's trade deficit with existing FTA partners has broadened recently, meaning exports haven't grown as expected under every FTA. So negotiations are cautious but optimistic. ਇੰਡੀਅਨ ਸਬਮਰੀਨ ਡੀਲ ਜਲਦੀ ਸਾਈਨ ਹੋਣ ਵਾਲੀ ਹੈ ਜਿਸ ਵਿੱਚ ਜਰਮਨ ਟੈਕਨੋਲੋਜੀ ਸ਼ਾਮਲ ਹੈ. ਉਹ ਹਾਈ ਟੈਕ ਪ੍ਰੋਡਕਸ਼ਨ ਕਰ ਰਹੇ ਨੇ ਪਰ ਯੰਗ ਇੰਜੀਨੀਅਰਸ ਔਰ R&D ਲਈ ਪ੍ਰੋਫੈਸ਼ਨਲ ਚਾਹੀਦੇ ਨੇ. ਇੰਡੀਆ ਇਸ ਦੇ ਵਿੱਚ ਬੈਸਟ ਆਪਸ਼ਨ ਹੈ
चाइना और टर्किश डिफेंस प्रोडक्ट्स तो बेहतर प्रोडक्ट्स जर्मनी बना रहे हैं। डिफेंस मैन्युफैक्चरिंग, हैल्थ केयर, हर सैक्टर विच कोलैबोरेशन ਵਧਣ ਦੇ ਚਾਂਸਸ ਨੇ। Europe India free trade agreement is on the table with optimistic developments and challenges. For example, sustainability standards, digital trade और labor mobility ਤੇ ਹਾਲੀ ਵੀ differences ਬਾਕੀ ਨੇ। ਇੰਡੀਆ ਆਪਣੇ ਫਾਰਮਰਸ ਔਰ MSME ਨੂੰ ਪ੍ਰੋਟੈਕਟ ਕਰਨ ਤੇ ਬਹੁਤ ਜ਼ੋਰ ਦੇ ਰਿਹਾ, ਖਾਸ ਤੌਰ ਤੇ ਸੈਂਸਿਟਿਵ ਸੈਕਟਰਸ ਵਿੱਚ ਸਡਨ ਚੇਂਜਸ ਤੋਂ ਬਚਾਉਣ ਲਈ ਕੋਸ਼ਿਸ਼ ਹੋ ਰਹੀ ਹੈ। ਯੂਰਪ ਵੀ ਆਪਣੇ ਸਟ੍ਰਿਕਟ ਰੈਗੂਲੇਸ਼ਨਸ ਨੂੰ ਮੇਨਟੇਨ ਰੱਖਣਾ ਚਾਹੁੰਦਾ ਹੈ, ਜਿਵੇਂ ਕਿ ਕਾਰਬਨ ਬਾਰਡਰ ਐਡਜਸਟਮੈਂਟ ਮੈਕੈਨਿਜ਼ਮ ਅਤੇ ਇਨਵਾਇਰਨਮੈਂਟਲ ਨੋਰਮਸ ਦੇ ਨਾਲ। ਪਰ ਓਵਰਆਲ ਇੱਕ ਬਹੁਤ ਪੋਜ਼ਿਟਿਵ ਸਟੈਪ ਹੈ ਜੋ ਬਾਇਲੈਟਰਲ ਟ੍ਰੇਡ ਨੂੰ ਬੂਸਟ ਕਰੇਗਾ। ਕਰੰਟ ਟ੍ਰੇਡ ਵੋਲੀਅਮ ਗੁੱਡਸ ਵਿੱਚ ਲਗਭਗ 136 ਬਿਲੀਅਨ US ਦਾ 2024-25 ਦੇ ਮੁਤਾਬਕ ਐਕਸਪੋਰਟਸ 75 ਬਿਲੀਅਨ ਡਾਲਰਸ ਔਰ ਇੰਪੋਰਟ 60 ਬਿਲੀਅਨ ਡਾਲਰਸ ਤੱਕ ਪਹੁੰਚ ਚੁੱਕੀ ਹੈ। ਹੁਣ ਇਹ ਨਾ ਸਿਰਫ ਟ੍ਰੇਡ ਨੂੰ ਬੂਸਟ ਕਰੇਗਾ ਬਲਕਿ ਟੈਕਨੋਲੋਜੀ ਟਰਾਂਸਫਰ, ਡਿਫੈਂਸ ਕੋਆਪਰੇਸ਼ਨ ਔਰ ਪੀਪਲ ਟੂ ਪੀਪਲ ਕਨੈਕਸ਼ਨ ਨੂੰ ਵੀ ਮਜ਼ਬੂਤ ਕਰੇਗਾ। ਇਹ ਡੀਲ ਵਿਨ-ਵਿਨ ਹੋਏਗੀ। ਜੇਕਰ ਦੋਵੇਂ ਪਾਸੇ ਥੋੜੀ ਜਿਹੀ ਫਲੈਕਸੀਬਿਲਿਟੀ ਵਿਖਾਈ ਜਾਵੇ ਤੇ ਗਲੋਬਲ ਇਕਨੋਮੀ ਵਿੱਚ ਇੱਕ ਨਵਾਂ ਚੈਪਟਰ ਖੋਲ੍ਹ ਸਕਦੀ ਹੈ। ਸੋ ਇਸ ਤਰ੍ਹਾਂ ਜੀਓਪੋਲੀਟੀਕਲ ਚੈਸ ਬੋਰਡ ਤੇ ਭਾਰਤ ਔਰ ਯੂਰਪ ਦਾ ਨਵਾਂ ਅਲਾਇੰਸ ਬਣ ਰਿਹਾ। ਅੱਗੇ ਕੀ ਹੋਏਗਾ ਅਸੀਂ ਟਰੈਕ ਕਰਾਂਗੇ ਔਰ ਤੁਹਾਡੇ ਵਿਚਾਰ 'ਚ ਯੂਰਪ ਦੇ ਨਾਲ ਭਾਰਤ ਦੀ ਵਧੀ ਹੋਈ ਸਾਂਝੇਦਾਰੀ ਕਿੰਨੀ ਫਾਇਦੇਮੰਦ ਹੋਏਗੀ। ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਜ਼ਰੂਰ ਦੱਸਿਓ ਔਰ ਆਉਣ ਵਾਲੇ ਸਮੇਂ 'ਚ ਨਵੇਂ ਬਲੌਗ ਦੇ ਨਾਲ, ਨਵੇਂ ਟੌਪਿਕ ਦੇ ਨਾਲ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਰੱਬ ਰਾਖਾ।